ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਵਿਧਵਾ ਸੀ। ਕੁਝ ਸਾਲ ਪਹਿਲਾਂ ਮੇਰੇ ਪਤੀ ਦੀ ਮੌਤ ਹੋ ਗਈ ਸੀ। ਮੇਰੇ ਅੱਗੇ ਪਿੱਛੇ ਕੋਈ ਨਹੀਂ ਸੀ। ਮੇਰਾ ਇੱਕ ਮੁੰਡਾ ਸੀ 8 ਸਾਲ ਦਾ। ਮੇਰਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਸੀ ਤੇ ਹੁਣ ਮੇਰੀ ਉਮਰ 28 ਸਾਲ ਸੀ। ਪਤੀ ਦੀ ਮੌਤ ਤੋਂ ਬਾਅਦ ਮੇਰੇ ਕੋਲ ਸਿਰਫ ਜੇਠ ਦਾ ਸਹਾਰਾ ਸੀ। ਮੇਰੇ ਪੇਕੇ ਸਿਰਫ ਮੇਰੀ ਮਾਂ ਸੀ ਜੋ ਮੇਰੇ ਵਿਆਹ ਦੇ ਅਗਲੇ ਸਾਲ ਹੀ ਦੁਨੀਆ ਤੋਂ ਚਲੀ ਗਈ ਸੀ। ਬਾਕੀ ਕਿਸੇ ਰਿਸ਼ਤੇਦਾਰ ਤੋਂ ਮੈਨੂੰ ਕੋਈ ਉਮੀਦ ਨਹੀਂ ਸੀ ਕਿ ਉਹ ਮੈਨੂੰ ਤੇ ਮੇਰੇ ਮੁੰਡੇ ਨੂੰ ਸਹਾਰਾ ਦੇਣਗੇ। ਇਸ ਲਈ ਮੈਂ ਜੇਠ ਦੇ ਨਾਲ ਰਹਿਣ ਦਾ ਫੈਸਲਾ ਕਰ ਲਿਆ। ਮੇਰੇ ਰਿਸ਼ਤੇਦਾਰ ਆ ਕੇ ਮੈਨੂੰ ਸਮਝਾਉਣ ਲੱਗੇ ਕਿ ਤੇਰਾ ਜੇਠ ਸਹੀ ਆਦਮੀ ਨਹੀਂ ਤੇ ਮੈਨੂੰ ਉਸ ਦੇ ਨਾਲ ਇੱਕ ਛੱਤ ਥੱਲੇ ਨਹੀਂ ਰਹਿਣਾ ਚਾਹੀਦਾ। ਤੇ ਮੈਂ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਮੈਨੂੰ ਆਪਣੇ ਘਰ ਰੱਖ ਲਓ, ਪਰ ਮੇਰੀ ਇਹ ਗੱਲ ਸੁਣ ਕੇ ਉਹ ਸਾਰੇ ਚੁੱਪ ਹੋ ਜਾਂਦੇ। ਅੱਜ ਦੇ ਜ਼ਮਾਨੇ ਵਿੱਚ ਕੋਈ ਕਿਸੇ ਦਾ ਬੋਝ ਨਹੀਂ ਉਠਾਉਂਦਾ, ਪਰ ਮੇਰੇ ਜੇਠ ਨੇ ਮੈਨੂੰ ਵਾਅਦਾ ਕੀਤਾ ਸੀ ਕਿ ਉਹ ਮੇਰੇ ਤੇ ਮੇਰੇ ਮੁੰਡੇ ਦਾ ਸਹਾਰਾ ਬਣੇਗਾ। ਸਾਨੂੰ ਸਭ ਨੇ ਬਹੁਤ ਪਰੇਸ਼ਾਨ ਕੀਤਾ ਕਿ ਇੱਕ ਛੱਤ ਥੱਲੇ ਰਹਿਣਾ ਗਲਤ ਹੈ, ਪਰ ਇਸ ਦੇ ਬਾਵਜੂਦ ਕੋਈ ਵੀ ਸਾਨੂੰ ਨਾਲ ਰੱਖਣ ਨੂੰ ਤਿਆਰ ਨਹੀਂ ਸੀ। ਮੈਨੂੰ ਸਮਝ ਆ ਗਈ ਸੀ ਕਿ ਲੋਕਾਂ ਨੂੰ ਸਿਰਫ ਗੱਲਾਂ ਬਣਾਉਣੀਆਂ ਆਉਂਦੀਆਂ ਹਨ। ਜੇ ਲੋਕਾਂ ਨੂੰ ਸਾਡੀ ਇੰਨੀ ਫਿਕਰ ਹੁੰਦੀ ਤਾਂ ਉਹ ਸਾਨੂੰ ਸਹਾਰਾ ਦਿੰਦੇ, ਪਰ ਉਹਨਾਂ ਨੂੰ ਸਾਡੀ ਕੋਈ ਚਿੰਤਾ ਨਹੀਂ ਸੀ। ਉਹਨਾਂ ਦਾ ਮਕਸਦ ਸਿਰਫ ਸਾਨੂੰ ਪਰੇਸ਼ਾਨ ਕਰਨਾ ਸੀ, ਹੋਰ ਕੁਝ ਨਹੀਂ। ਮੈਂ ਇੱਕ ਅਲੱਗ ਮੁਹੱਲੇ ਵਿੱਚ ਰਹਿਣ ਦਾ ਫੈਸਲਾ ਕੀਤਾ, ਪਰ ਮੇਰੇ ਜੇਠ ਨੇ ਕਿਹਾ ਕਿ ਉਸ ਮੁਹੱਲੇ ਦਾ ਮਾਹੌਲ ਸਹੀ ਨਹੀਂ। ਮੈਂ ਉਸ ਵਾਰੀ ਬਹੁਤ ਸਾਰੀਆਂ ਅਫਵਾਹਾਂ ਸੁਣੀਆਂ ਹਨ ਤੇ ਉੱਥੇ ਔਰਤਾਂ ਨੂੰ ਇਸਤੇਮਾਲ ਕੀਤਾ ਜਾਂਦਾ। ਤੁਸੀਂ ਮੇਰੇ ਭਰਾ ਦੀ ਇੱਜ਼ਤ ਹੋ ਤੇ ਮੇਰੀ ਵੀ। ਮੈਂ ਤੁਹਾਨੂੰ ਉੱਥੇ ਰਹਿਣ ਦੀ ਇਜਾਜ਼ਤ ਬਿਲਕੁਲ ਨਹੀਂ ਦੇਵਾਂਗਾ। ਮੇਰਾ ਭਤੀਜਾ ਮੇਰੇ ਮਰੇ ਹੋਏ ਭਰਾ ਦੀ ਇੱਕੋ ਇੱਕ ਨਿਸ਼ਾਨੀ ਹੈ। ਇਸ ਦੀ ਦੇਖਭਾਲ ਕਰਨਾ ਮੇਰੀ ਜ਼ਿੰਮੇਵਾਰੀ ਹੈ। ਤੇ ਆਪਣੇ ਜੇਠ ਦੀ ਗੱਲ ਸੁਣ ਕੇ ਮੈਨੂੰ ਤਸੱਲੀ ਸੀ, ਪਰ ਮੈਨੂੰ ਜ਼ਮਾਨੇ ਦੀਆਂ ਗੱਲਾਂ ਨੇ ਪਰੇਸ਼ਾਨ ਕੀਤਾ ਹੋਇਆ ਸੀ। ਫਿਰ ਮੇਰੇ ਜੇਠ ਨੇ ਸਲਾਹ ਦਿੱਤੀ ਕਿ ਅਸੀਂ ਇਹ ਸ਼ਹਿਰ ਛੱਡ ਕੇ ਕਿਤੇ ਹੋਰ ਚਲੇ ਜਾਂਦੇ ਹਾਂ। ਮੈਨੂੰ ਉਸ ਦੀ ਇਹ ਗੱਲ ਬਹੁਤ ਚੰਗੀ ਲੱਗੀ, ਇਸ ਲਈ ਮੈਂ ਸ਼ਹਿਰ ਛੱਡ ਕੇ ਆ ਗਈ। ਇੱਥੇ ਸਾਨੂੰ ਕੋਈ ਨਹੀਂ ਜਾਣਦਾ ਸੀ ਤੇ ਅਸੀਂ ਕਿਸੇ ਨਾਲ ਗੱਲ ਵੀ ਨਹੀਂ ਕੀਤੀ ਤੇ ਰਿਸ਼ਤਾ ਵੀ ਨਹੀਂ ਰੱਖਿਆ, ਕਿਉਂਕਿ ਸਾਡੇ ਰਿਸ਼ਤੇ ਤੇ ਫਿਰ ਤੋਂ ਸਵਾਲ ਉਠਾਏ ਜਾਂਦੇ ਸੀ। ਜੇ ਸਾਡੇ ਮੁਹੱਲੇ ਵਿੱਚ ਕੋਈ ਔਰਤ ਸਾਡੇ ਘਰ ਆ ਜਾਂਦੀ ਤਾਂ ਮੇਰੇ ਜੇਠ ਅਤੇ ਮੇਰੇ ਰਿਸ਼ਤੇ ਬਾਰੇ ਗੱਲ ਕਰਦੀ ਤਾਂ ਮੈਂ ਉਸ ਨੂੰ ਇਹੀ ਜਵਾਬ ਦਿੰਦੀ ਕਿ ਇਹ ਮੇਰਾ ਵੱਡਾ ਭਰਾ ਹੈ। ਫਿਰ ਮੁਹੱਲੇ ਵਿੱਚ ਇਹ ਗੱਲ ਮਸ਼ਹੂਰ ਹੋ ਗਈ ਕਿ ਮੈਂ ਆਪਣੇ ਭਰਾ ਨਾਲ ਇਸ ਘਰ ਵਿੱਚ ਰਹਿੰਦੀ ਹਾਂ। ਇਸ ਲਈ ਇੱਥੇ ਸਾਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ। ਮੇਰੇ ਕੋਲ ਮੇਰੇ ਵਿਆਹ ਦਾ ਗੋਲਡ ਸੀ, ਜਿਸ ਨੂੰ ਵੇਚ ਕੇ ਅਸੀਂ ਇੱਥੇ ਆਏ ਸੀ। ਇਸ ਤੋਂ ਪਹਿਲਾਂ ਹੀ ਮੇਰੇ ਜੇਠ ਨੇ ਕਾਰੋਬਾਰ ਵੀ ਸ਼ੁਰੂ ਕੀਤਾ ਸੀ ਤੇ ਉਸ ਦਾ ਕਾਰੋਬਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਚਲਾ ਗਿਆ। ਘਰ ਵਿੱਚ ਬਹੁਤ ਸਾਰਾ ਪੈਸਾ ਆਉਣ ਲੱਗਾ। ਮੈਂ ਕਈ ਵਾਰ ਜੇਠ ਨੂੰ ਉਸ ਦੇ ਕਾਰੋਬਾਰ ਬਾਰੇ ਪੁੱਛਿਆ, ਪਰ ਉਹ ਜਵਾਬ ਟਾਲ ਦਿੰਦਾ ਸੀ। ਫਿਰ ਮੈਂ ਵੀ ਜ਼ਿਆਦਾ ਪੁੱਛਗਿੱਛ ਨਹੀਂ ਕੀਤੀ। ਮੇਰੇ ਲਈ ਇੰਨਾ ਹੀ ਬਹੁਤ ਸੀ ਕਿ ਪੈਸੇ ਆ ਰਹੇ ਸੀ। ਮੇਰਾ ਜੇਠ ਬਹੁਤ ਚੰਗਾ ਸੀ। ਮੈਨੂੰ ਉਸ ਤੋਂ ਕਿਸੇ ਗਲਤ ਗੱਲ ਦੀ ਉਮੀਦ ਨਹੀਂ ਸੀ। ਮੇਰੇ ਜੇਠ ਕੋਲ ਪਤਾ ਨਹੀਂ ਕਿੱਥੋਂ ਬਹੁਤ ਸਾਰਾ ਪੈਸਾ ਆ ਗਿਆ ਅਤੇ ਅਸੀਂ ਮੁਹੱਲਾ ਵੀ ਛੱਡ ਦਿੱਤਾ ਤੇ ਬਹੁਤ ਵੱਡਾ ਘਰ ਖਰੀਦ ਲਿਆ। ਹੁਣ ਅਸੀਂ ਵੱਡੇ ਘਰ ਵਿੱਚ ਰਹਿਣ ਲੱਗੇ। ਸਾਡਾ ਰਹਿਣਾ ਸਹਿਣਾ ਵੀ ਅਮੀਰਾਂ ਵਾਲਾ ਹੋ ਗਿਆ ਸੀ। ਜ਼ਿਆਦਾ ਪੈਸੇ ਹੋਣ ਦੀ ਵਜ੍ਹਾ ਨਾਲ ਸਾਰੇ ਰਿਸ਼ਤੇਦਾਰ ਗਰੀਬ ਸੀ ਤੇ ਬਾਰ-ਬਾਰ ਸਾਡੇ ਘਰੇ ਆਉਣ ਲੱਗੇ। ਮੇਰੇ ਜੇਠ ਦਾ ਵਿਆਹ ਨਹੀਂ ਹੋਇਆ ਸੀ ਤੇ ਮੇਰੇ ਜੇਠ ਦਾ ਪੈਸਾ ਦੇਖ ਕੇ ਸਭ ਦੀਆਂ ਅੱਖਾਂ ਚਮਕਣ ਲੱਗੀਆਂ ਤੇ ਮੈਂ ਉਹਨਾਂ ਸਭ ਦੀਆਂ ਨਜ਼ਰਾਂ ਵਿੱਚ ਖਟਕਣ ਲੱਗੀ। ਉਹ ਲੋਕ ਜਿਨ੍ਹਾਂ ਨੂੰ ਪਹਿਲਾਂ ਹੀ ਮੇਰੇ ਜੇਠ ਦੇ ਨਾਲ ਰਹਿਣ ਤੋਂ ਇਤਰਾਜ਼ ਸੀ, ਅੱਜ ਤਾਂ ਹੋਰ ਜ਼ਿਆਦਾ ਵੱਧ ਚੜ੍ਹ ਕੇ ਬੋਲ ਰਹੇ ਸੀ। ਵੱਡੇ ਘਰ ਵਿੱਚ ਆਉਣ ਤੋਂ ਬਾਅਦ ਮੈਂ ਇੱਕ ਨੌਕਰਾਣੀ ਰੱਖ ਲਈ ਜੋ ਹਰ ਸਮੇਂ ਮੇਰੇ ਨਾਲ ਰਹਿੰਦੀ ਸੀ। ਮਤਲਬ ਹੁਣ ਮੈਂ ਘਰ ਵਿੱਚ ਇਕੱਲੀ ਨਹੀਂ ਸੀ। ਅਮੀਰ ਹੋਣ ਦੇ ਬਾਅਦ ਮੇਰੇ ਜੇਠ ਨੇ ਇੱਕ ਹੋਰ ਕੰਮ ਸ਼ੁਰੂ ਕਰ ਦਿੱਤਾ ਸੀ। ਉਹ ਹਰ ਮਹੀਨੇ ਗਰੀਬ ਕੁੜੀਆਂ ਦਾ ਵਿਆਹ ਕਰਵਾਉਂਦਾ। ਫਿਰ ਵਿਆਹ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਹਨੀਮੂਨ ਦੀ ਬਜਾਏ ਤੀਰਥ ਯਾਤਰਾ 'ਤੇ ਭੇਜ ਦਿੰਦਾ ਤੇ ਸਾਰਾ ਖਰਚਾ ਖੁਦ ਉਠਾਉਂਦਾ। ਜੇਠ ਦੀ ਇਸ ਗੱਲ ਨਾਲ ਮੈਨੂੰ ਬਹੁਤ ਖੁਸ਼ੀ ਹੋਈ, ਪਰ ਅਜੀਬ ਗੱਲ ਇਹ ਸੀ ਕਿ ਜੋ ਵੀ ਕੁੜੀ ਤੀਰਥ ਦੇ ਲਈ ਜਾਂਦੀ ਸੀ ਵਾਪਸ ਵਿਧਵਾ ਹੋ ਕੇ ਆਉਂਦੀ ਸੀ। ਮੈਨੂੰ ਪਰੇਸ਼ਾਨੀ ਹੋਣ ਲੱਗੀ, ਕਿਉਂਕਿ ਇੱਦਾਂ ਹਰ ਕੁੜੀ ਨਾਲ ਹੋਣ ਲੱਗਿਆ। ਇਹੀ ਗੱਲ ਸੁਣ ਕੇ ਮੇਰਾ ਜੇਠ ਪਰੇਸ਼ਾਨ ਹੋ ਗਿਆ ਸੀ, ਕਿਉਂਕਿ ਉਸਨੇ ਉੱਪਰ ਵਾਲੇ ਦੇ ਦਰਸ਼ਨ ਦੇ ਲਈ ਇਹ ਜ਼ਿੰਮਾ ਉਠਾਇਆ ਸੀ, ਗਰੀਬ ਕੁੜੀਆਂ ਦਾ ਵਿਆਹ ਕਰਵਾਉਣ ਦਾ ਤੇ ਉਹਨਾਂ ਨੂੰ ਤੀਰਥ ਯਾਤਰਾ 'ਤੇ ਭੇਜਿਆ ਜਾਂਦਾ ਸੀ। ਪਰ ਇਹ ਅਜੀਬ ਕਿਸਮ ਦੀ ਅਣਹੋਣੀ ਹੋਈ। ਮੇਰੇ ਜੇਠ ਨੇ ਕਿਹਾ ਕਿ ਮੈਂ ਇਸ ਗੱਲ ਦਾ ਕਿਸੇ ਕੁੜੀ ਨੂੰ ਨਹੀਂ ਪਤਾ ਚੱਲਣ ਦੇਵਾਂਗਾ ਕਿ ਜੋ ਵੀ ਕੁੜੀ ਵਿਆਹ ਤੋਂ ਬਾਅਦ ਤੀਰਥ ਯਾਤਰਾ ਤੋਂ ਆਉਂਦੀ ਹੈ ਵਿਧਵਾ ਹੋ ਕੇ ਵਾਪਸ ਆਉਂਦੀ ਹੈ। ਮੈਨੂੰ ਜੇਠ ਦੀ ਇਹ ਗੱਲ ਬਹੁਤ ਅਜੀਬ ਲੱਗੀ। ਮੇਰੇ ਹਿਸਾਬ ਨਾਲ ਉਹਨਾਂ ਕੁੜੀਆਂ ਨੂੰ ਪਤਾ ਹੋਣਾ ਚਾਹੀਦਾ ਕਿ ਤੀਰਥ ਯਾਤਰਾ 'ਤੇ ਜਾਣ ਤੋਂ ਪਹਿਲਾਂ ਕਿਉਂਕਿ ਅਜੀਬ ਗਰੀਬ ਕਿਸਮ ਦਾ ਹਾਦਸਾ ਹੁੰਦਾ ਸੀ।
ਜੋ ਹਰ ਇੱਕ ਕੁੜੀ ਨਾਲ ਹੋ ਰਿਹਾ ਸੀ ਜੋ ਕਿ ਤੀਰਥ ਯਾਤਰਾ ਤੋਂ ਵਾਪਸ ਆ ਰਹੀ ਸੀ। ਮੈਂ ਆਪਣੇ ਜੇਠ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੁੜੀਆਂ ਨੂੰ ਪਹਿਲਾਂ ਤੋਂ ਇਸ ਬਾਰੇ ਪਤਾ ਹੋਣਾ ਚਾਹੀਦਾ ਕਿ ਤੀਰਥ ਯਾਤਰਾ ਦੀ ਵਾਪਸੀ ਸਮੇਂ ਉਹਨਾਂ ਦਾ ਪਤੀ ਮਰ ਜਾਂਦਾ। ਪਰ ਮੇਰੀ ਇਸ ਗੱਲ 'ਤੇ ਜ਼ਿੰਦਗੀ ਵਿੱਚ ਪਹਿਲੀ ਵਾਰ ਮੇਰਾ ਜੇਠ ਮੇਰੇ 'ਤੇ ਭੜਕ ਉੱਠਿਆ। ਅਚਾਨਕ ਇਸ ਤਰ੍ਹਾਂ ਦੇ ਗੁੱਸੇ ਨੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਦਿੱਤਾ। ਉਸ ਦੇ ਇਸ ਸੁਭਾਅ ਤੋਂ ਮੈਂ ਹੈਰਾਨ ਰਹਿ ਗਈ। ਮੇਰੇ ਜੇਠ ਨੇ ਅੱਜ ਤੋਂ ਪਹਿਲਾਂ ਮੇਰੇ ਨਾਲ ਇਸ ਅੰਦਾਜ਼ ਵਿੱਚ ਗੱਲ ਨਹੀਂ ਕੀਤੀ ਸੀ। ਉਹ ਮੈਨੂੰ ਆਪਣੇ ਭਰਾ ਦੀ ਵਿਧਵਾ ਪਤਨੀ ਮੰਨਦਾ ਸੀ ਅਤੇ ਉਹ ਮੈਨੂੰ ਆਪਣੀ ਛੋਟੀ ਭੈਣ ਦਾ ਦਰਜਾ ਦਿੰਦਾ ਸੀ। ਪਰ ਅੱਜ ਜਿਸ ਤਰ੍ਹਾਂ ਮੇਰੇ ਜੇਠ ਮੇਰੇ ਨਾਲ ਗੱਲ ਕੀਤੀ, ਉਸ ਦੀ ਇਸ ਗੱਲ 'ਤੇ ਮੈਨੂੰ ਹੁਣ ਯਕੀਨ ਨਹੀਂ ਹੋ ਰਿਹਾ ਸੀ। ਮੇਰਾ ਜੇਠ ਮੇਰੇ ਨਾਲ ਬਦਤਮੀਜ਼ੀ ਕਰਨ 'ਤੇ ਆ ਚੁੱਕਿਆ ਸੀ, ਜਦ ਕਿ ਮੈਂ ਇਹ ਸੋਚ ਕੇ ਪਰੇਸ਼ਾਨ ਹੋ ਰਹੀ ਸੀ ਕਿ ਆਖਰ ਮੇਰੇ ਜੇਠ ਨੂੰ ਹੋਇਆ ਕੀ ਆ। ਮੈਂ ਆਪਣੇ ਮੁੰਡੇ ਨੂੰ ਖਾਣਾ ਖਵਾਇਆ ਅਤੇ ਉਸ ਨੂੰ ਸੁਲਾ ਦਿੱਤਾ, ਜਦ ਕਿ ਮੇਰੀ ਨੀਂਦ ਉੱਡ ਚੁੱਕੀ ਸੀ ਕਿਉਂਕਿ ਮੇਰੇ ਜੇਠ ਦਾ ਸੁਭਾਅ ਦਿਨੋਂ ਦਿਨ ਬਹੁਤ ਜ਼ਿਆਦਾ ਅਜੀਬ ਹੁੰਦਾ ਜਾ ਰਿਹਾ ਸੀ। ਮੈਂ ਆਪਣੇ ਜੇਠ ਨੂੰ ਹਮੇਸ਼ਾ ਨਰਮੀ ਨਾਲ ਗੱਲ ਕਰਦੇ ਹੋਏ ਦੇਖਿਆ ਸੀ, ਪਰ ਪਿਛਲੇ ਕੁਝ ਦਿਨਾਂ ਤੋਂ ਮੇਰੇ ਜੇਠ ਦਾ ਜੋ ਰੂਪ ਮੇਰੇ ਸਾਹਮਣੇ ਆ ਰਿਹਾ ਸੀ ਉਹ ਕਿਸੇ ਵੀ ਤਰ੍ਹਾਂ ਵਿਸ਼ਵਾਸ ਕਰਨ ਵਾਲਾ ਨਹੀਂ ਸੀ। ਮੇਰਾ ਜੇਠ ਸਾਰੀ ਰਾਤ ਘਰ ਨਾ ਆਇਆ ਅਤੇ ਮੈਂ ਉਸ ਦਾ ਇੰਤਜ਼ਾਰ ਕਰਦੀ ਰਹੀ। ਕਿਤੇ ਨਾ ਕਿਤੇ ਹੁਣ ਮੈਨੂੰ ਇਸ ਗੱਲ 'ਤੇ ਸ਼ੱਕ ਹੋਣ ਲੱਗਿਆ ਕਿ ਇਹ ਕੋਈ ਗਲਤ ਕੰਮ ਕਰਦਾ ਹੈ ਅਤੇ ਜੋ ਹਕੀਕਤ ਮੈਨੂੰ ਪਤਾ ਚੱਲੀ, ਉਹਨਾਂ ਕੁੜੀਆਂ ਦੇ ਪਤੀ ਦਾ ਮਰ ਜਾਣਾ, ਇਹ ਸਾਰੇ ਵਿਚਾਰ ਮੇਰੇ ਦਿਮਾਗ ਵਿੱਚ ਘੁੰਮ ਰਹੇ ਸੀ। ਕੜੀ ਨਾਲ ਕੜੀ ਮਿਲਾਉਣ 'ਤੇ ਮੈਨੂੰ ਇਸ ਗੱਲ 'ਤੇ ਯਕੀਨ ਹੋਣ ਲੱਗਿਆ ਕਿ ਜ਼ਰੂਰ ਦਾਲ ਵਿੱਚ ਕੁਝ ਕਾਲਾ ਹੈ। ਇਸ ਰਾਤ ਵੀ ਉਹ ਵਾਪਸ ਘਰ ਨਹੀਂ ਆਇਆ। ਉਹ ਅਗਲੇ 3 ਦਿਨਾਂ ਬਾਅਦ ਘਰ ਵਾਪਸ ਆਇਆ। ਮੈਨੂੰ ਹੁਣ ਬਹੁਤ ਪਰੇਸ਼ਾਨੀ ਹੋਣ ਲੱਗੀ ਕਿ ਮੇਰਾ ਜੇਠ ਗਿਆ ਤਾਂ ਕਿੱਥੇ ਗਿਆ, ਕਿਉਂਕਿ ਅੱਜ ਤੋਂ ਪਹਿਲਾਂ ਕਦੇ ਵੀ ਐਵੇਂ ਨਹੀਂ ਹੋਇਆ ਸੀ। ਮੇਰਾ ਜੇਠ 3 ਦਿਨ ਤੱਕ ਵਾਪਸ ਨਾ ਆਵੇ। ਮੈਂ ਇਸ ਸਿਲਸਿਲੇ ਵਿੱਚ ਸੋਚ ਰਹੀ ਸੀ ਕਿ ਅਚਾਨਕ ਤੋਂ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਮੈਂ ਆਪਣੇ ਕਮਰੇ ਤੋਂ ਬਾਹਰ ਆ ਕੇ ਦੇਖਿਆ ਮੇਰਾ 8 ਸਾਲ ਦਾ ਬੱਚਾ ਸਕੂਲ ਗਿਆ ਹੋਇਆ ਸੀ। ਤਕਰੀਬਨ ਦਿਨ ਦਾ ਸਮਾਂ ਸੀ। ਦਿਨ ਦੇ ਸਮੇਂ ਵਿੱਚ ਮੇਰਾ ਜੇਠ ਕਦੇ ਵੀ ਮੇਰੇ ਕਮਰੇ ਵਿੱਚ ਨਹੀਂ ਆਉਂਦਾ ਸੀ, ਪਰ ਅੱਜ ਜਿਸ ਹਾਲਤ ਵਿੱਚ ਉਹ ਮੇਰੇ ਕਮਰੇ ਵਿੱਚ ਆਇਆ, ਉਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਮੇਰਾ ਜੇਠ ਸ਼ਰਾਬ ਦੇ ਨਸ਼ੇ ਵਿੱਚ ਸੀ। ਮੈਂ ਅੱਜ ਤੱਕ ਆਪਣੇ ਜੇਠ ਨੂੰ ਕਿਸੇ ਗਲਤ ਚੀਜ਼ ਨੂੰ ਹੱਥ ਲਾਉਂਦੇ ਹੋਏ ਨਹੀਂ ਦੇਖਿਆ ਸੀ, ਇਸ ਲਈ ਇਹ ਮੇਰੇ ਲਈ ਬਹੁਤ ਵੱਡਾ ਝਟਕਾ ਸੀ। ਮੇਰਾ ਜੇਠ ਸ਼ਰਾਬ ਪੀ ਕੇ ਆਇਆ। ਮੇਰੇ ਜੇਠ ਦੇ ਕਦਮ ਲੜਖੜਾ ਰਹੇ ਸੀ। ਉਹ ਮੇਰੇ ਵੱਲ ਵੱਧ ਰਿਹਾ ਸੀ। ਮੈਂ ਹੈਰਾਨ ਅਤੇ ਪਰੇਸ਼ਾਨ ਸੀ ਉਸ ਦਾ ਇੱਕ ਅੰਦਾਜ਼ ਦੇਖ ਕੇ। ਜਦੋਂ ਉਹ ਅਚਾਨਕ ਮੇਰੇ ਕੋਲ ਆਇਆ ਅਤੇ ਆਉਂਦੇ ਹੀ ਮੇਰੇ ਕਦਮਾਂ ਵਿੱਚ ਡਿੱਗ ਪਿਆ, ਮੈਂ ਹੈਰਾਨ ਰਹਿ ਗਈ ਕਿ ਭਲਾ ਇਸ ਨੂੰ ਕੀ ਹੋ ਗਿਆ। ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ। ਸ਼ਾਇਦ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਰੱਖੀ ਸੀ। ਉਹ ਬਿਲਕੁਲ ਵੀ ਆਪਣੇ ਹੋਸ਼ ਵਿੱਚ ਨਹੀਂ ਸੀ। ਮੇਰੇ ਕਦਮਾਂ ਵਿੱਚ ਡਿੱਗਦੇ ਹੋਏ ਅਚਾਨਕ ਉੱਚੀ ਰੋਣ ਲੱਗਿਆ। ਮੈਂ ਹੈਰਾਨ ਪਰੇਸ਼ਾਨ ਰਹਿ ਗਈ ਕਿ ਉਹ ਕਿਉਂ ਰੋ ਰਿਹਾ, ਜਦ ਕਿ ਰੋਂਦੇ ਹੀ ਬੇਹੋਸ਼ ਹੋ ਗਿਆ। ਦੁਪਹਿਰ ਦੇ ਇਸ ਸਮੇਂ ਮੇਰੇ ਕਮਰੇ ਵਿੱਚ ਆ ਕੇ ਬੇਹੋਸ਼ ਹੋ ਗਿਆ ਅਤੇ ਜੇ ਕੋਈ ਇਸ ਤਰ੍ਹਾਂ ਉਸ ਨੂੰ ਮੇਰੇ ਕਮਰੇ ਵਿੱਚ ਦੇਖ ਲੈਂਦਾ ਤਾਂ ਸ਼ਾਇਦ ਮੇਰੀ ਇੱਜ਼ਤ ਦਾ ਜਨਾਜ਼ਾ ਨਿਕਲ ਜਾਂਦਾ। ਇਸ ਸਮੇਂ ਘਰ ਵਿੱਚ ਉਹ ਅਤੇ ਮੈਂ ਇਕੱਲੇ ਸੀ। ਜੋ ਨੌਕਰਾਣੀ ਮੈਂ ਰੱਖੀ ਸੀ ਉਹ ਅੱਜ ਛੁੱਟੀ 'ਤੇ ਸੀ। ਹੁਣ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਨੂੰ ਕਿਸ ਤਰੀਕੇ ਨਾਲ ਆਪਣੇ ਕਮਰੇ 'ਚੋਂ ਬਾਹਰ ਕੱਢਾਂ, ਪਰ ਜੋ ਵੀ ਸੀ ਮੈਨੂੰ ਹਰ ਹਾਲਤ ਵਿੱਚ ਇਸ ਨੂੰ ਆਪਣੇ ਕਮਰੇ ਵਿੱਚੋਂ ਬਾਹਰ ਕੱਢਣਾ ਸੀ। ਮੈਂ ਜਿਵੇਂ ਤਿਵੇਂ ਕਰਕੇ ਉਸ ਨੂੰ ਖਿੱਚਦੇ ਹੋਏ ਆਪਣੇ ਕਮਰੇ ਤੋਂ ਬਾਹਰ ਕੱਢਿਆ। ਉਹ ਚੰਗਾ ਖਾਸਾ ਨਰੋਆ ਆਦਮੀ ਸੀ। ਭਲਾ ਮੇਰੇ ਵਰਗੀ ਕਮਜ਼ੋਰ ਔਰਤ ਤੋਂ ਕਿਵੇਂ ਸੰਭਾਲਿਆ ਜਾਂਦਾ। ਜਿਵੇਂ ਤਿਵੇਂ ਕਰਕੇ ਮੈਂ ਉਸ ਨੂੰ ਉਸ ਦੇ ਕਮਰੇ ਤੱਕ ਪਹੁੰਚਾਇਆ। ਫਿਰ ਉਸ ਨੂੰ ਫਰਸ਼ 'ਤੇ ਲਿਟਾ ਕੇ ਖੁਦ ਆਪਣੇ ਕਮਰੇ ਵਿੱਚ ਆ ਗਈ। ਉਸ ਦੇ ਕਮਰੇ ਦੇ ਦਰਵਾਜ਼ੇ ਨੂੰ ਮੈਂ ਪਹਿਲਾਂ ਹੀ ਕੁੰਡੀ ਲਗਾ ਚੁੱਕੀ ਸੀ, ਜਦ ਕਿ ਮੇਰੇ ਮੁੰਡੇ ਦਾ ਸਕੂਲ ਤੋਂ ਵਾਪਸ ਆਉਣ ਦਾ ਸਮਾਂ ਹੋ ਚੁੱਕਿਆ ਸੀ। ਜੇਠ ਦੇ ਕਮਰੇ ਨੂੰ ਕੁੰਡੀ ਇਸ ਕਰਕੇ ਲਗਾ ਦਿੱਤੀ ਕਿ ਉਹ ਇਸ ਹਾਲਤ ਵਿੱਚ ਕਿਤੇ ਨਾ ਜਾ ਸਕੇ ਅਤੇ ਮੈਂ ਖੁਦ ਵੀ ਪਰੇਸ਼ਾਨ ਸੀ ਅਤੇ ਆਪਣੇ ਮੁੰਡੇ ਨੂੰ ਲੈਣ ਸਕੂਲ ਚਲੀ ਗਈ। ਮੁੰਡੇ ਨੂੰ ਸਕੂਲ ਤੋਂ ਵਾਪਸ ਲੈ ਕੇ ਆਈ। ਜਦੋਂ ਮੈਂ ਘਰ ਆਈ ਤਾਂ ਮੇਰਾ ਜੇਠ ਹੁਣ ਤੱਕ ਕਮਰੇ ਵਿੱਚ ਹੀ ਬੰਦ ਸੀ। ਆਪਣੇ ਮੁੰਡੇ ਨੂੰ ਇਸ਼ਨਾਨ ਕਰਵਾਉਣ ਤੋਂ ਬਾਅਦ ਮੈਂ ਉਸ ਨੂੰ ਖਾਣਾ ਖਵਾਇਆ ਅਤੇ ਉਹ ਟਿਊਸ਼ਨ ਪੜ੍ਹਨ ਚਲਿਆ ਗਿਆ। ਮੇਰੇ ਜੇਠ ਦੇ ਕਮਰੇ ਨੂੰ ਖੋਲ੍ਹ ਕੇ ਦੇਖਿਆ ਤਾਂ ਉਹ ਹੁਣ ਤੱਕ ਉੱਥੇ ਹੀ ਬੇਹੋਸ਼ ਪਿਆ ਸੀ। ਹੁਣ ਮੈਨੂੰ ਉਸ ਦੀ ਹਾਲਤ 'ਤੇ ਹੈਰਾਨੀ ਹੋਣ ਲੱਗੀ ਕਿਉਂਕਿ ਉਹ ਬਹੁਤ ਸਮੇਂ ਤੋਂ ਇੱਦਾਂ ਹੀ ਬੇਹੋਸ਼ ਪਿਆ ਸੀ। ਸ਼ਾਇਦ ਸ਼ਰਾਬ ਦਾ ਨਸ਼ਾ ਬਹੁਤ ਜ਼ਿਆਦਾ ਸੀ, ਜਿਸ ਦੀ ਵਜ੍ਹਾ ਨਾਲ ਉਹ ਆਪਣੇ ਹੋਸ਼ ਵਿੱਚ ਨਹੀਂ ਆ ਰਿਹਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਜਿਸ ਨਾਲ ਹੋਸ਼ ਵਿੱਚ ਆ ਜਾਵੇ। ਫਿਰ ਅਚਾਨਕ ਮੈਨੂੰ ਇੱਕ ਖਿਆਲ ਆਇਆ ਕਿ ਮੈਂ ਤੁਰੰਤ ਰਸੋਈ ਵਿੱਚ ਜਾ ਕੇ ਪਾਣੀ ਦਾ ਜੱਗ ਭਰਿਆ ਅਤੇ ਪਾਣੀ ਲੈ ਕੇ ਜੇਠ ਕੋਲ ਗਈ ਅਤੇ ਪੂਰਾ ਜੱਗ ਉਸ ਦੇ ਮੂੰਹ 'ਤੇ ਪਾ ਦਿੱਤਾ। ਉਹ ਇੱਕਦਮ ਹੀ ਪਾਣੀ ਦੀ ਵਜ੍ਹਾ ਨਾਲ ਹੜਬੜਾ ਕੇ ਉੱਠਿਆ, ਪਰ ਅਜੇ ਵੀ ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਨਹੀਂ ਸੀ। ਮੈਂ ਉਸ ਨੂੰ ਕਿਹਾ ਕਿ ਜੇ ਤੂੰ ਜਾ ਕੇ ਬੈੱਡ 'ਤੇ ਸੌਂ ਜਾ, ਜਦੋਂ ਤੂੰ ਹੋਸ਼ ਵਿੱਚ ਆ ਜਾਵੇਂਗਾ ਤਾਂ ਮੈਂ ਤੇਰੇ ਨਾਲ ਗੱਲ ਕਰਾਂਗੀ।
ਮੇਰਾ ਜੇਠ ਸ਼ਾਇਦ ਵਾਕਈ ਹੋਸ਼ ਵਿੱਚ ਨਹੀਂ ਸੀ। ਇਸ ਵਜ੍ਹਾ ਨਾਲ ਉਸਨੇ ਸਿਰ ਹਿਲਾਇਆ ਤੇ ਬੈੱਡ ਦੇ ਵੱਲ ਜਾਣ ਲੱਗਾ। ਉਸਦੇ ਕਦਮ ਲੜਖੜਾ ਰਹੇ ਸੀ। ਉਸਦੀ ਹਾਲਤ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਉਹ ਅੱਜ ਉਸਨੇ ਇਹ ਪਹਿਲੀ ਵਾਰ ਸ਼ਰਾਬ ਪੀਤੀ, ਕਿਉਂਕਿ ਜੇ ਉਸਨੂੰ ਇਸ ਚੀਜ਼ ਦੀ ਆਦਤ ਹੁੰਦੀ ਤਾਂ ਫਿਰ ਇੰਨਾ ਜ਼ਿਆਦਾ ਅਸਰ ਨਾ ਹੁੰਦਾ। ਰਾਤ ਦੇ 12 ਵਜੇ ਅਚਾਨਕ ਤੋਂ ਮੇਰੇ ਕਮਰੇ ਦਾ ਦਰਵਾਜ਼ਾ ਕਿਸੇ ਨੇ ਖੜਕਾਇਆ ਤਾਂ ਆਪਣੀ ਜਗ੍ਹਾ ਤੋਂ ਉੱਠ ਖੜੀ ਮੇਰਾ ਮੁੰਡਾ, ਜੋ ਕਿ ਸੌਂ ਚੁੱਕਿਆ ਸੀ। ਮੈਂ ਇੱਕ ਨਜ਼ਰ ਉਸਨੂੰ ਦੇਖਿਆ ਤੇ ਇੱਕ ਨਜ਼ਰ ਦਰਵਾਜ਼ੇ 'ਤੇ। ਮੈਨੂੰ ਕਿਤੇ ਨਾ ਕਿਤੇ ਯਕੀਨ ਸੀ ਕਿ ਦਰਵਾਜ਼ੇ 'ਤੇ ਮੇਰਾ ਜੇਠ ਹੀ ਹੋਵੇਗਾ, ਕਿਉਂਕਿ ਸਾਰਾ ਦਿਨ ਲੰਘ ਗਿਆ ਸੀ। ਮੈਨੂੰ ਇਸ ਗੱਲ ਦਾ ਯਕੀਨ ਸੀ ਕਿ ਹੁਣ ਮੇਰੇ ਜੇਠ ਦਾ ਨਸ਼ਾ ਉਤਰ ਗਿਆ। ਹੁਣ ਮੈਨੂੰ ਹਰ ਹਾਲਤ ਵਿੱਚ ਉਸਦੀ ਇਹ ਵਜ੍ਹਾ ਪੁੱਛਣੀ ਹੈ ਕਿ ਆਖਰ ਉਹ ਕਰਦਾ ਕੀ ਆ। ਮੈਂ ਆਪਣੇ ਮੁੰਡੇ ਦੇ ਆਰਾਮ ਦਾ ਖਿਆਲ ਕਰਦੇ ਹੋਏ ਹੌਲੀ-ਹੌਲੀ ਕਦਮਾਂ ਨਾਲ ਦਰਵਾਜ਼ੇ ਦੇ ਕੋਲ ਗਈ ਤੇ ਦਰਵਾਜ਼ੇ ਦੀ ਕੁੰਡੀ ਖੋਲ੍ਹੀ। ਖੋਲ੍ਹਣ ਤੋਂ ਬਾਅਦ ਮੈਂ ਬਾਹਰ ਦੇਖਿਆ ਤਾਂ ਮੇਰਾ ਜੇਠ ਖੜਾ ਸੀ, ਪਰ ਦੁਪਹਿਰ ਦੇ ਮਾਮਲੇ ਵਿੱਚ ਇਸ ਸਮੇਂ ਬਹੁਤ ਅਲੱਗ ਦਿਖ ਰਿਹਾ ਸੀ। ਉਸਦੀ ਨਜ਼ਰ ਝੁਕੀ ਹੋਈ ਸੀ, ਵਾਲ ਗਿੱਲੇ ਸੀ। ਯਕੀਨਨ ਉਹ ਨਹਾ ਕੇ ਪਹੁੰਚਿਆ ਸੀ। ਉਸ ਦੀਆਂ ਝੁਕੀਆਂ ਨਜ਼ਰਾਂ ਇਸ ਗੱਲ ਦਾ ਇਕਰਾਰ ਕਰ ਰਹੀਆਂ ਸੀ ਕਿ ਉਹ ਆਪਣੇ ਕੀਤੇ 'ਤੇ ਬਹੁਤ ਸ਼ਰਮਿੰਦਾ ਸੀ, ਪਰ ਮੈਨੂੰ ਉਸਦੀ ਸ਼ਰਮਿੰਦਗੀ ਦੀ ਬਿਲਕੁਲ ਜ਼ਰੂਰਤ ਨਹੀਂ ਸੀ, ਬਲਕਿ ਮੈਂ ਤਾਂ ਇਹ ਜਾਣਨਾ ਸੀ ਕਿ ਅੱਜ ਉਸਨੇ ਇਹ ਗਲਤ ਕੰਮ ਕੀਤਾ ਤਾਂ ਕਿਉਂ ਕੀਤਾ। ਮੈਂ ਉਸਨੂੰ ਪੁੱਛਿਆ ਕਿ ਤੁਸੀਂ ਅੱਜ ਸ਼ਰਾਬ ਪੀਤੀ ਸੀ। ਜਦ ਕਿ ਮੈਨੂੰ ਇਸ ਗੱਲ 'ਤੇ ਉਹ ਮੇਰੇ ਵੱਲ ਦੇਖਣ ਲੱਗਿਆ, ਉਸਨੇ ਹੌਲੀ ਜਿਹੇ ਸਿਰ ਹਿਲਾਇਆ। ਇਹ ਗੱਲ ਤਾਂ ਮੈਂ ਪਹਿਲਾਂ ਹੀ ਸਮਝ ਚੁੱਕੀ ਸੀ ਕਿ ਉਹ ਸ਼ਰਾਬ ਪੀ ਕੇ ਆਇਆ ਸੀ। ਉਹ ਤਾਂ ਬਸ ਮੈਂ ਉਸਦੇ ਮੂੰਹੋਂ ਸੁਣਨ ਦਾ ਚਾਹ ਰਹੀ ਸੀ। ਮੈਂ ਉਸਨੂੰ ਪੁੱਛਿਆ ਕਿ ਤੁਸੀਂ ਸ਼ਰਾਬ ਕਿਉਂ ਪੀਤੀ, ਤਾਂ ਉਹ ਮੈਨੂੰ ਕਹਿਣ ਲੱਗਿਆ ਕਿ ਮੈਂ ਜਾਣਬੁੱਝ ਕੇ ਸ਼ਰਾਬ ਨਹੀਂ ਪੀਤੀ। ਉਹ ਤਾਂ ਮੇਰੇ ਦੋਸਤਾਂ ਨੇ ਮੈਨੂੰ ਇਹ ਕਹਿ ਕੇ ਪਿਲਾ ਦਿੱਤੀ ਕਿ ਇਹ ਇੱਕ ਸ਼ਰਬਤ ਹੈ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਅਮੀਰ ਦੋਸਤ ਮੈਨੂੰ ਕੋਈ ਨਸ਼ੇ ਦੀ ਦਵਾਈ ਮਿਲਾ ਕੇ ਪਿਲਾ ਦੇਣਗੇ। ਮੈਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਜੇ ਮੈਨੂੰ ਥੋੜ੍ਹਾ ਜਿਹਾ ਵੀ ਅੰਦਾਜ਼ਾ ਹੁੰਦਾ ਤਾਂ ਯਕੀਨਨ ਮੈਂ ਇਹ ਜੂਸ ਨਾ ਪੀਂਦਾ। ਮੈਨੂੰ ਆਪਣੇ ਜੇਠ ਦੀ ਇਹ ਗੱਲ 'ਤੇ ਯਕੀਨ ਆ ਗਿਆ, ਕਿਉਂਕਿ ਇਹ ਗੱਲ ਤਾਂ ਮੈਂ ਪਹਿਲਾਂ ਤੋਂ ਜਾਣਦੀ ਸੀ ਕਿ ਮੇਰਾ ਜੇਠ ਬਿਲਕੁਲ ਗਲਤ ਇਨਸਾਨ ਨਹੀਂ ਹੈ। ਉਹ ਮੈਨੂੰ ਛੋਟੀ ਭੈਣ ਦਾ ਦਰਜਾ ਦਿੰਦਾ ਸੀ। ਮੈਂ ਉਸਨੂੰ ਛੋਟੀ ਭੈਣ ਦੇ ਨਾਤੇ ਸਮਝਾਇਆ ਕਿ ਉਹ ਇਸ ਤਰ੍ਹਾਂ ਦੇ ਅਮੀਰ ਦੋਸਤਾਂ ਨਾਲ ਦੋਸਤੀ ਖਤਮ ਕਰ ਲਵੇ, ਪਰ ਇਹ ਮੇਰੀ ਗੱਲ ਸੁਣ ਕੇ ਅਚਾਨਕ ਉਸਨੇ ਆਪਣਾ ਸਿਰ ਉਠਾਇਆ ਤੇ ਜਿਸ ਨਜ਼ਰਾਂ ਨਾਲ ਉਸਨੇ ਮੈਨੂੰ ਦੇਖਿਆ ਤਾਂ ਇੱਕ ਪਲ ਦੇ ਲਈ ਮੈਨੂੰ ਹੈਰਾਨੀ ਹੋ ਗਈ। ਫਿਰ ਜਦੋਂ ਉਹ ਕਹਿਣ ਲੱਗਿਆ ਤਾਂ ਉਸ ਦੀਆਂ ਗੱਲਾਂ ਨੇ ਮੈਨੂੰ ਹੈਰਾਨ ਕਰ ਦਿੱਤਾ। ਉਹ ਕਹਿ ਕੇ ਰੁਕਿਆ ਨਹੀਂ, ਬਲਕਿ ਆਪਣੀ ਗੱਲ ਪੂਰੀ ਕਰਕੇ ਹੀ ਉੱਥੋਂ ਚਲਾ ਗਿਆ। ਜਾਂਦੇ ਜਾਂਦੇ ਇਹ ਵੀ ਕਹਿ ਗਿਆ ਕਿ ਉਹ 1 ਹਫ਼ਤੇ ਤੱਕ ਘਰ ਨਹੀਂ ਆਵੇਗਾ ਤੇ 1 ਹਫ਼ਤੇ ਵਿੱਚ ਉਸਨੂੰ ਇੱਕ ਵੱਡਾ ਪ੍ਰੋਜੈਕਟ ਮਿਲਿਆ ਹੈ। ਮੈਂ ਪੁੱਛਣਾ ਚਾਹੁੰਦੀ ਸੀ ਕਿ ਉਹ ਆਖਰ ਕੰਮ ਕੀ ਕਰਦਾ ਜਿਸ ਦੀ ਬਦੌਲਤ ਉਸਨੂੰ ਇੰਨਾ ਪੈਸਾ ਆ ਰਿਹਾ, ਤੇ ਇਹ ਕਿਹੜਾ ਪ੍ਰੋਜੈਕਟ ਆ ਜਿਸ ਨੂੰ 1 ਹਫ਼ਤੇ ਦੇ ਅੰਦਰ ਹੀ ਪੂਰਾ ਕਰਨਾ। ਮੇਰੀ ਗੱਲ ਸੁਣਨ ਤੋਂ ਪਹਿਲਾਂ ਹੀ ਆਪਣੀ ਗੱਲ ਕਹਿ ਕੇ ਚਲਿਆ ਗਿਆ। ਮੈਂ ਬੜੀ ਚਿੰਤਾ ਵਿੱਚ ਸੀ ਕਿ ਉਸਦੇ ਅਮੀਰ ਦੋਸਤਾਂ ਨੇ ਹੀ ਉਸ ਨੂੰ ਇਹ ਕੰਮ ਬਾਰੇ ਦੱਸਿਆ, ਜਿਸ ਦੀ ਬਦੌਲਤ ਉਹ ਥੋੜ੍ਹੇ ਮਹੀਨਿਆਂ ਵਿੱਚ ਹੀ ਇੰਨਾ ਅਮੀਰ ਹੋ ਗਿਆ ਸੀ ਤੇ ਹੁਣ ਉਹ ਕਿਸੇ ਵੀ ਕੀਮਤ 'ਤੇ ਇਹ ਕੰਮ ਨੂੰ ਨਹੀਂ ਛੱਡ ਸਕਦਾ ਸੀ, ਕਿਉਂਕਿ ਇਹ ਕੰਮ ਨੂੰ ਕਰਨਾ ਤਾਂ ਬਹੁਤ ਆਸਾਨ ਹੈ, ਪਰ ਇਸ ਕੰਮ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ। ਉਸਦੇ ਇਹ ਸ਼ਬਦ ਮੇਰੇ ਕੰਨਾਂ ਵਿੱਚ ਗੂੰਜ ਰਹੇ ਸੀ। ਅੱਜ ਪੂਰੇ 3 ਦਿਨ ਗੁਜ਼ਰ ਗਏ ਸੀ, ਪਰ ਮੇਰੇ ਜੇਠ ਦਾ ਕੋਈ ਅਤਾ ਪਤਾ ਨਹੀਂ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰੇ ਜੇਠ ਆਖਰ ਕਿੱਥੇ ਗਿਆ, ਜਿਸ ਦੀ ਵਜ੍ਹਾ ਨਾਲ ਇੰਨਾ ਜ਼ਿਆਦਾ ਪੈਸਾ ਮਿਲ ਰਿਹਾ। ਹਫ਼ਤੇ ਬਾਅਦ ਜਦੋਂ ਮੇਰਾ ਜੇਠ ਘਰ ਵਾਪਸ ਆਇਆ ਤਾਂ ਮੈਂ ਉਸਨੂੰ ਪੁੱਛਿਆ ਕਿ ਹਫ਼ਤਾ ਕਿੱਥੇ ਸੀ, ਤਾਂ ਉਸਨੇ ਦੱਸਿਆ ਕਿ ਉਹ 1 ਹਫ਼ਤੇ ਤੋਂ ਦੁਬਈ ਗਿਆ ਸੀ। ਤੇ ਉਸਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ, ਕਿਉਂਕਿ ਉਸਨੇ ਤਾਂ ਮੈਨੂੰ ਦੱਸਿਆ ਹੀ ਨਹੀਂ ਸੀ ਕਿ ਉਹ ਸ਼ਹਿਰ ਤੋਂ ਬਾਹਰ ਜਾ ਰਿਹਾ। ਤੇ ਜ਼ਿੰਦਗੀ ਵਿੱਚ ਪਹਿਲੀ ਵਾਰ ਇੱਦਾਂ ਹੋਇਆ ਸੀ ਕਿ ਉਹ ਸ਼ਹਿਰ ਤੋਂ ਬਾਹਰ ਗਿਆ ਸੀ, ਕਿਉਂਕਿ ਅੱਜ ਤੋਂ ਪਹਿਲਾਂ ਉਹ ਸ਼ਹਿਰ ਵਿੱਚ ਰਹਿ ਕੇ ਇਹ ਕੰਮ ਕਰਦਾ ਸੀ। ਪਹਿਲਾਂ ਤਾਂ ਉਹ ਮੈਨੂੰ ਦੱਸ ਕੇ ਜਾਂਦਾ ਸੀ ਕਿ ਉਹ ਦੂਜੇ ਸ਼ਹਿਰ ਜਾ ਰਿਹਾ ਕੰਮ ਦੇ ਸਿਲਸਿਲੇ ਵਿੱਚ, ਪਰ ਅੱਜ ਜੋ ਗੱਲ ਉਸਨੇ ਮੈਨੂੰ ਦੱਸੀ ਉਹ ਮੈਨੂੰ ਹੈਰਾਨ ਕਰ ਗਈ, ਕਿਉਂਕਿ ਦੂਜੇ ਮੁਲਕ ਵਿੱਚ ਜਾਣਾ ਤਾਂ ਆਸਾਨ ਕੰਮ ਨਹੀਂ ਸੀ। ਮੈਨੂੰ ਨਹੀਂ ਪਤਾ ਸੀ ਕਿ ਮੇਰਾ ਜੇਠ 1 ਹਫ਼ਤਾ ਦੁਬਈ ਰਹਿ ਕੇ ਆਇਆ। ਤੇ ਹੁਣ ਜਦੋਂ ਮੈਂ ਉਸਨੂੰ ਪੁੱਛਿਆ ਕਿ ਆਖਿਰ ਉਹ 1 ਹਫ਼ਤਾ ਦੁਬਈ ਵਿੱਚ ਕੀ ਕਰ ਰਿਹਾ ਸੀ, ਤਾਂ ਮੇਰੀ ਗੱਲ ਸੁਣ ਕੇ ਉਸਨੇ ਇੱਕ ਬਹੁਤ ਹੀ ਸੋਹਣਾ ਸੋਨੇ ਦਾ ਹਾਰ ਕੱਢ ਕੇ ਮੇਰੇ ਸਾਹਮਣੇ ਰੱਖਿਆ, ਜਿਸ ਨੂੰ ਦੇਖਦੇ ਹੀ ਮੇਰੀਆਂ ਅੱਖਾਂ ਦੇਖਦੀਆਂ ਰਹਿ ਗਈਆਂ, ਕਿਉਂਕਿ ਰਾਤ ਦੇ ਸਮੇਂ ਵਿੱਚ ਖੂਬਸੂਰਤ ਲਾਈਟਾਂ ਦੀ ਰੌਸ਼ਨੀ ਵਿੱਚ ਉਹ ਸੋਨੇ ਦਾ ਹਾਰ ਚਮਕ ਰਿਹਾ ਸੀ। ਇਸ ਹਾਰ ਨੂੰ ਦੇਖਦੇ ਹੀ ਇਸ ਦੀ ਕੀਮਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਸੀ, ਸ਼ਾਇਦ ਨਹੀਂ, ਯਕੀਨਨ ਇਹ ਬਹੁਤ ਮਹਿੰਗਾ ਹਾਰ ਸੀ। ਮੈਂ ਆਪਣੇ ਜੇਠ ਨੂੰ ਪੁੱਛਿਆ ਕਿ ਉਹ ਇਹ ਕਿੱਥੋਂ ਲੈ ਕੇ ਆਇਆ। ਉਸਨੇ ਕਿਹਾ ਦੁਬਈ ਦੇ ਸ਼ੇਖ ਨੇ ਉਸਨੂੰ ਤੋਹਫੇ ਦੇ ਤੌਰ 'ਤੇ ਦਿੱਤਾ। ਤਾਂ ਮੈਨੂੰ ਉਸਦੀ ਇਹ ਗੱਲ 'ਤੇ ਫਿਰ ਹੈਰਾਨੀ ਹੋਈ। ਭਲਾ ਕੋਈ ਇੰਨਾ ਮਹਿੰਗਾ ਤੋਹਫਾ ਬਿਨਾਂ ਵਜ੍ਹਾ ਦੇ ਕਿਵੇਂ ਦੇਵੇਗਾ। ਮੈਂ ਉਸਨੂੰ ਇਸ ਦੀ ਵਜ੍ਹਾ ਪੁੱਛਣੀ ਚਾਹੁੰਦੀ ਸੀ। ਉਸਨੇ ਕਿਹਾ ਕਿ ਤੁਸੀਂ ਅੰਬ ਖਾਓ, ਗੁਠਲੀਆਂ ਨਾ ਗਿਣੋ। ਇਹ ਹਾਰ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਤਾਂ ਚੰਗਾ ਹੈ।
ਇਸ ਨੂੰ ਮੇਰੇ ਵੱਲੋਂ ਤੋਹਫਾ ਸਮਝ ਕੇ ਰੱਖ ਲਵੋ। ਪਰ ਮੈਂ ਆਪਣੇ ਜੇਠ ਨੂੰ ਸਾਫ਼ ਮਨਾ ਕਰ ਦਿੱਤਾ ਤੇ ਕਿਹਾ, ਜਦੋਂ ਤੱਕ ਤੁਸੀਂ ਮੈਨੂੰ ਇਹ ਨਹੀਂ ਦੱਸੋਗੇ ਕਿ ਤੁਸੀਂ ਕੀ ਕੰਮ ਕਰਦੇ ਹੋ ਤਾਂ ਮੈਂ ਉਦੋਂ ਤੱਕ ਇਹ ਹਾਰ ਨਹੀਂ ਰੱਖਾਂਗੀ। ਮੇਰੀ ਇਸ ਧਮਕੀ 'ਤੇ ਮੇਰਾ ਜੇਠ ਪਰੇਸ਼ਾਨ ਹੋ ਗਿਆ ਤੇ ਉਹ ਹਾਰ ਲੈ ਕੇ ਉੱਥੋਂ ਚਲਿਆ ਗਿਆ। ਹੁਣ ਮੈਨੂੰ ਸੱਚ ਜਾਣਨਾ ਸੀ, ਕਿਉਂਕਿ ਅੱਜ ਤੋਂ ਪਹਿਲਾਂ ਮੇਰੇ ਜੇਠ ਨੇ ਕਦੇ ਵੀ ਮੇਰੀ ਗੱਲ ਨੂੰ ਨਹੀਂ ਟਾਲਿਆ ਸੀ ਤੇ ਅੱਜ ਉਹ ਇਸ ਤਰ੍ਹਾਂ ਉੱਥੋਂ ਚਲਿਆ ਗਿਆ ਬਗੈਰ ਕੋਈ ਜਵਾਬ ਦਿੱਤੇ। ਸਮਾਂ ਹੌਲੀ ਹੌਲੀ ਲੰਘ ਰਿਹਾ ਸੀ। ਇਸ ਸਾਰੇ ਮਾਮਲੇ ਨੂੰ 1 ਸਾਲ ਲੰਘ ਚੁੱਕਿਆ ਸੀ। ਹੁਣ ਅਕਸਰ ਹੀ ਮੇਰਾ ਜੇਠ ਬਾਹਰ ਜਾ ਕੇ ਰਹਿਣ ਲੱਗਿਆ, ਕਦੇ ਦਵਾਈ ਤੇ ਕਦੇ ਕਿਤੇ ਹੋਰ। ਮੈਂ ਜਦੋਂ ਵੀ ਪੁੱਛਦੀ ਤਾਂ ਉਹ ਇਹ ਕਹਿ ਦਿੰਦਾ ਕਿ ਤੁਸੀਂ ਪਰੇਸ਼ਾਨ ਨਾ ਹੋਵੋ, ਬਸ ਤੁਹਾਡੀ ਹਰ ਜ਼ਰੂਰਤ ਦੀ ਚੀਜ਼ ਤੁਹਾਨੂੰ ਘਰੇ ਬੈਠੇ ਮਿਲ ਜਾਵੇਗੀ। ਇੱਕ ਦਿਨ ਉਹ ਮੈਨੂੰ ਕਹਿ ਗਿਆ ਕਿ ਉਹ ਦੁਬਈ ਜਾ ਰਿਹਾ। ਮੈਨੂੰ ਕੁਝ ਨਾ ਕੁਝ ਗਲਤ ਲੱਗ ਰਿਹਾ ਸੀ। ਮੈਨੂੰ ਲੱਗ ਰਿਹਾ ਸੀ ਕਿ ਉਹ ਦੁਬਈ ਨਹੀਂ ਬਲਕਿ ਕਿਤੇ ਹੋਰ ਜਾ ਰਿਹਾ। ਇਸ ਵਜ੍ਹਾ ਨਾਲ ਮੈਂ ਉਸਨੂੰ ਜਿੱਦ ਕੀਤੀ ਕਿ ਮੈਂ ਵੀ ਵਿਧਵਾ ਹਾਂ, ਮੈਨੂੰ ਵੀ ਤੀਰਥ ਯਾਤਰਾ 'ਤੇ ਭੇਜ ਦਿਓ। ਪਹਿਲਾਂ ਤਾਂ ਉਹ ਮੇਰੀ ਗੱਲ ਸੁਣ ਕੇ ਹੈਰਾਨ ਰਹਿ ਗਿਆ, ਪਰ ਫਿਰ ਉਹ ਮੇਰੀ ਗੱਲ 'ਤੇ ਸਿਰ ਹਿਲਾਉਣ ਲੱਗਿਆ ਤੇ ਕਹਿੰਦਾ, ਮੈਂ ਆ ਜਾਵਾਂ, ਉਸ ਤੋਂ ਬਾਅਦ ਤੈਨੂੰ ਤੀਰਥ ਯਾਤਰਾ 'ਤੇ ਭੇਜਾਂਗਾ ਤੇ ਨਾਲੇ ਤੈਨੂੰ ਸਾਰਾ ਕੁਝ ਸੱਚ ਦੱਸਾਂਗਾ। ਕੁਝ ਦਿਨਾਂ ਬਾਅਦ ਦਰਵਾਜ਼ਾ ਖੜਕਣ ਦੀ ਆਵਾਜ਼ ਆਈ ਤਾਂ ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਦਾ ਮੰਜ਼ਰ ਦੇਖ ਕੇ ਮੈਂ ਡਰ ਗਈ। ਮੇਰੇ ਮੂੰਹ 'ਚੋਂ ਚੀਕ ਨਿਕਲ ਗਈ। ਮੇਰਾ ਜੇਠ ਖੂਨ ਨਾਲ ਲਿਬੜਿਆ ਖੜਾ ਸੀ। ਉਸ ਦਾ ਸਫੇਦ ਰੰਗ ਦਾ ਕਮੀਜ਼ ਖੂਨ ਨਾਲ ਭਰਿਆ ਹੋਇਆ ਸੀ। ਉਸ ਦੀ ਸਿਰ ਤੋਂ ਖੂਨ ਦੀਆਂ ਬੂੰਦਾਂ ਫਰਸ਼ 'ਤੇ ਡਿੱਗ ਰਹੀਆਂ ਸੀ। ਮੈਂ ਤੁਰੰਤ ਜਦੋਂ ਪੂਰਾ ਦਰਵਾਜ਼ਾ ਖੋਲ੍ਹਿਆ ਤਾਂ ਉਹ ਲੜਖੜਾਉਂਦੇ ਕਦਮਾਂ ਨਾਲ ਅੰਦਰ ਆਇਆ। ਮੈਂ ਤੁਰੰਤ ਹੀ ਡਾਕਟਰ ਨੂੰ ਫੋਨ ਕੀਤਾ ਤਾਂ ਥੋੜ੍ਹੇ ਹੀ ਟਾਈਮ ਬਾਅਦ ਡਾਕਟਰ ਘਰ ਆ ਗਿਆ। ਉਸ ਨੇ ਮੇਰੇ ਜੇਠ ਦੇ ਜ਼ਖਮਾਂ ਨੂੰ ਸਾਫ਼ ਕੀਤਾ ਤੇ ਉਸ ਨੂੰ ਨੀਂਦ ਦੀ ਦਵਾਈ ਦੇ ਕੇ ਚਲਿਆ ਗਿਆ, ਜਦਕਿ ਮੈਂ ਪਰੇਸ਼ਾਨੀ ਨਾਲ ਆਪਣੇ ਜੇਠ ਨੂੰ ਦੇਖ ਰਹੀ ਸੀ। ਅਗਲੇ ਦਿਨ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਮੈਂ ਉਸ ਨੂੰ ਪੁੱਛਿਆ ਕਿ ਆਖਰ ਕੀ ਹੋਇਆ। ਉਹ ਤਾਂ ਦੁਬਈ ਜਾਣ ਵਾਲਾ ਸੀ। ਫਿਰ ਉਹ ਅਚਾਨਕ ਇਸ ਹਾਲਤ ਵਿੱਚ ਕਿਵੇਂ? ਉਹ ਮੇਰੇ ਵੱਲ ਵੇਖ ਕੇ ਹੱਸਿਆ ਤੇ ਕਹਿਣ ਲੱਗਿਆ ਕਿ ਗਲਤ ਕੰਮ ਦਾ ਗਲਤ ਹੀ ਅੰਜਾਮ ਹੁੰਦਾ ਹੈ। ਮੈਂ ਗਲਤ ਰਸਤੇ 'ਤੇ ਚੱਲ ਪਿਆ ਸੀ ਤਾਂ ਉਸ ਦੀ ਸਜ਼ਾ ਤਾਂ ਮੈਨੂੰ ਭੁਗਤਣੀ ਹੀ ਹੈ। ਉਹ ਰੋਂਦੇ ਹੋਏ ਬੋਲਿਆ ਕਿ ਉਹ ਕੁੜੀਆਂ ਦਾ ਵਿਆਹ ਨਹੀਂ ਕਰਵਾਉਂਦਾ ਸੀ, ਬਲਕਿ ਉਹ ਦੁਬਈ ਦੇ ਗੈਂਗ ਲਈ ਕੰਮ ਕਰਦਾ ਸੀ। ਗਰੀਬ ਕੁੜੀਆਂ ਨੂੰ ਵਿਆਹ ਦੇ ਜਾਲ ਵਿੱਚ ਫਸਾ ਕੇ ਡੌਨ ਆਦਮੀਆਂ ਨਾਲ ਉਹਨਾਂ ਦਾ ਵਿਆਹ ਕਰਵਾਇਆ ਜਾਂਦਾ ਸੀ ਤੇ ਵਿਆਹ ਦੇ ਬਾਅਦ ਉਹਨਾਂ ਨੂੰ ਤੀਰਥ ਯਾਤਰਾ ਦੇ ਨਾਮ 'ਤੇ ਦੁਬਈ ਭੇਜ ਦਿੱਤਾ ਜਾਂਦਾ ਸੀ। ਜਿਵੇਂ ਹੀ ਉਹ ਕੁੜੀਆਂ ਦੁਬਈ ਪਹੁੰਚਦੀਆਂ ਸੀ ਤਾਂ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਸੀ। 1-2 ਹਫ਼ਤਿਆਂ ਤੱਕ ਉਹਨਾਂ ਨੂੰ ਇਸਤੇਮਾਲ ਕਰਨ ਤੋਂ ਬਾਅਦ ਵਾਪਸ ਭੇਜ ਦਿੱਤਾ ਜਾਂਦਾ ਸੀ ਤੇ ਉਹਨਾਂ ਦੇ ਪਤੀਆਂ ਨੂੰ ਮਾਰ ਦਿੱਤਾ ਜਾਂਦਾ ਸੀ, ਕਿਉਂਕਿ ਇਹ ਗੱਲ ਤਾਂ ਉਹ ਕੁੜੀਆਂ ਖੁਦ ਵੀ ਨਹੀਂ ਜਾਣਦੀਆਂ ਸੀ ਕਿ ਉਹਨਾਂ ਨਾਲ ਕੀ ਹੋ ਰਿਹਾ ਤੇ ਕੀ ਨਹੀਂ। ਦੁਬਈ ਦਾ ਡੌਨ ਉਹਨਾਂ ਕੁੜੀਆਂ ਨੂੰ ਵੇਚ ਕੇ ਮੂੰਹੋਂ ਮੰਗੀ ਕੀਮਤ ਲੈਂਦਾ ਸੀ। ਇਸ ਕੰਮ ਦੇ ਲਈ ਅਲੱਗ-ਅਲੱਗ ਮੁਲਕਾਂ ਤੋਂ ਕੁੜੀਆਂ ਦਾ ਇੰਤਜ਼ਾਮ ਕੀਤਾ ਜਾਂਦਾ ਸੀ ਤੇ ਇਸੇ ਤਰ੍ਹਾਂ ਸਾਡੇ ਇਲਾਕੇ ਵਿੱਚ ਮੈਂ ਤੇ ਮੇਰੇ ਦੋਸਤ ਨੂੰ ਇਹ ਕੰਮ ਕਰਦੇ ਸੀ। ਉਹ ਮੈਨੂੰ ਇਸ ਕੰਮ ਦੇ ਬਦਲੇ ਬਹੁਤ ਸਾਰੇ ਪੈਸੇ ਦਿੰਦੇ ਸੀ, ਪਰ ਹੁਣ ਮੈਂ ਇਸ ਕੰਮ ਤੋਂ ਅੱਕ ਗਿਆ ਸੀ। ਉਹਨਾਂ ਨੂੰ ਇਹ ਕੰਮ ਕਰਨ ਤੋਂ ਮਨਾ ਕਰ ਦਿੱਤਾ ਤਾਂ ਉਹਨਾਂ ਨੇ ਆਪਣੇ ਬੰਦੇ ਭੇਜ ਕੇ ਮੇਰੇ 'ਤੇ ਹਮਲਾ ਕਰਵਾਇਆ ਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਬੜੀ ਮੁਸ਼ਕਲ ਨਾਲ ਉੱਥੋਂ ਬਚ ਕੇ ਆਇਆ। ਆਪਣੇ ਜੇਠ ਦੀ ਸਾਰੀ ਗੱਲ ਸੁਣ ਕੇ ਹੁਣ ਮੈਨੂੰ ਉਸ ਨਾਲ ਨਫ਼ਰਤ ਮਹਿਸੂਸ ਹੋ ਰਹੀ ਸੀ, ਕਿਉਂਕਿ ਉਹ 1-2 ਨਹੀਂ ਬਲਕਿ ਅਣਗਿਣਤ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਚੁੱਕਿਆ ਸੀ। ਫਿਲਹਾਲ ਮੈਂ ਉਸ ਨੂੰ ਮਾਫ਼ ਕਰਨ ਦਾ ਕੋਈ ਇਰਾਦਾ ਨਹੀਂ ਰੱਖਦੀ ਸੀ। ਇਸ ਵਜ੍ਹਾ ਨਾਲ ਮੈਂ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਦੀ ਇਹੀ ਸਜ਼ਾ ਸੀ, ਕਿਉਂਕਿ ਉਸ ਨੇ ਆਪਣਾ ਜ਼ੁਲਮ ਕਬੂਲ ਕਰ ਲਿਆ ਸੀ। ਇਸ ਵਜ੍ਹਾ ਨਾਲ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ। ਮੈਂ ਉਹ ਘਰ ਛੱਡ ਦਿੱਤਾ, ਕਿਉਂਕਿ ਉਹ ਘਰ ਮਿਹਨਤ ਦੇ ਪੈਸਿਆਂ ਦੀ ਕਮਾਈ ਦੇ ਨਾਲ ਨਹੀਂ ਖਰੀਦਿਆ ਗਿਆ ਸੀ, ਕਿਉਂਕਿ ਮੇਰੇ ਇੱਕ ਹੀ ਬੱਚਾ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਇਸ ਗੰਦੇ ਕੰਮ ਨਾਲ ਖਰੀਦੇ ਗਏ ਘਰ ਦਾ ਪਰਛਾਇਆ ਮੇਰੇ ਬੱਚੇ 'ਤੇ ਪਵੇ। ਦੋਸਤੋ, ਬੁਰੇ ਕੰਮ ਦਾ ਬੁਰਾ ਹੀ ਅੰਜਾਮ ਹੁੰਦਾ ਹੈ।